आप सब हमारी भाई पहले हिस्से दास मिलेगा, दूसरे हिस्से सब भाई और तीसरे हिस्से सब बीबियां भी शब्द बोल के अपने रसना पवित्र काहे ना कंडो दिया गुण मेरा काहे ना कंडो दिया गुण मेरा अपराध करते हैं जैसे धरने चीत न राख देते रामैया बारिश तेरा काहे ना कंड से अब मेरा दया तो क्रोध करे करताया तापी चीत न राख माया जिन पवन मन पर्यो हमारा नाम बिना कैसे उतरस पारा देव मत सदा शरीरा सहज सहज गुण रवै कबीरा
काफी समय तो आप सतगुरां दे सचखंड दरबार में हाजिरियां करते हुए कलयुग के समय की क्यों भक्ति कलयुग में कीर्तन प्रधाना गुरबाणी के कीर्तन का आनंद मान रहे हो बनाया है। सतगुरु जी और गुरु रूप साध संत के दर्शन करके अपने नेत्र भी पवित्र किए हैं। गुरबाणी का कीर्तन श्रवण करके कन्ना में पवित्र बना रहे हैं। शब्द बोल के अपने रचना भी पवित्र की है। रहते समय तो विधा पठाने का जत्न करो। अपने ख्यालों में करो तो गुरु शब्द विचार दे सन्मुख कर दो रहते छोटे समय तो बहुत लाभ उठा सकी। एक रिडेम्पशन है वो कि पहले युद्धां विच ते किसी कीते शुरू करने का फल उन्होंने तक नहीं सी मिलता। जरूर तक वो कर्म कमाया नहीं सी जाता। दूसरे पास बुरी चितवनी का भी पाप लगता है। भाई गुरदास जी कथन कर देंगे कलयुग के समय कलयुग चित वै पुण्य फल। जे पुण्य की कोई चितवनी भी की जाए ना शुभ चितवनी का या शुभ संकल्प का भी पुण्य लगता है। और जिन्नी देर तक सरीत करके पाप कमाया नहीं जाता उन्नी देर तक उस पाप का फल भी नहीं मिलता। ये छोट है। एक पौराणिक गाथा है। एक बार बहुत सारे ऋषि मुनि इकट्ठे होकर नारद जी को मिलने वास्ते गए।
ਉਹਨਾਂ ਨੂੰ ਪਤਾ ਲੱਗਾ ਕਿ ਨਾਰਦ ਜੀ ਤੇ ਫਲਾਣੇ ਤਾਲਾਬ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਨੇ। ਉੱਥੇ ਪਹੁੰਚ ਗਏ, ਦੇਖਿਆ ਨਾਰਦ ਜੀ ਇਸ਼ਨਾਨ ਕਰ ਰਹੇ ਨੇ, ਚੁੱਭੀ ਮਾਰਦੇ ਨੇ ਬਾਹਰ ਆ ਕੇ, ਕਹਿੰਦੇ ਨੇ ਧੰਨ ਕਲਯੁਗ। ਫਿਰ ਚੁੱਭੀ ਮਾਰਦੇ ਨੇ ਧੰਨ ਕਲਯੁਗ, ਫਿਰ ਚੁੱਭੀ ਮਾਰਦੇ ਨੇ ਧੰਨ ਕਲਯੁਗ। ਜਦੋਂ ਬਾਹਰ ਆਏ ਇਹਨਾਂ ਰਿਸ਼ੀਆਂ ਨੇ ਨਮਸਕਾਰ ਕੀਤੀ, ਮਹਾਰਾਜ ਲੋਕੀ ਤੇ ਕਲਯੁਗ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਨੇ। ਪਰ ਤੁਸੀਂ ਕਲਯੁਗ ਨੂੰ ਧੰਨ ਕਿਉਂ ਕਹਿ ਰਹੇ ਹੋ? ਨਾਰਦ ਜੀ ਨੇ ਪਹਿਲਾ ਵਚਨ ਤੇ ਇਹੋ ਹੀ ਕੀਤਾ ਕਿ ਕਲਯੁਗ ਦੇ ਸਮੇਂ ਦੇ ਵਿੱਚ ਸ਼ੁਭ ਸੰਕਲਪ ਦਾ ਵੀ ਪੁੰਨ ਪ੍ਰਾਪਤ ਹੋਵੇਗਾ। ਦੂਸਰਾ ਵਚਨ ਕੀਤਾ ਕਿ ਕਲਯੁਗ ਦੇ ਸਮੇਂ ਵਿੱਚ ਕਲਿਆਣ ਵਾਸਤੇ ਕਿਸੇ ਕਸ਼ਟਦਾਇਕ ਸਾਧਨ ਦੀ ਜ਼ਰੂਰਤ ਨਹੀਂ ਪਵੇਗੀ। ਜਲ ਧਾਰੇ ਕਰਨ ਦੀ ਲੋੜ ਨਹੀਂ ਪਵੇਗੀ, ਧੂਣੀਆਂ ਤਾਪਣ ਦੀ ਲੋੜ ਨਹੀਂ ਪਵੇਗੀ, ਪ੍ਰਾਣਾਯਾਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਸਰੀਰ ਨੂੰ ਕਸ਼ਟ ਦੇ ਕੇ ਹੋਰ ਕੋਈ ਤਪੱਸਿਆ ਸਾਧਨਾ ਕਰਨ ਦੀ ਲੋੜ ਨਹੀਂ ਪਵੇਗੀ। ਕਲਯੁਗ ਦੇ ਸਮੇਂ ਵਿੱਚ ਕਲਿਆਣ ਦਾ ਸਾਧਨ ਬੜਾ ਸੌਖਾ ਹੋਵੇਗਾ। ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਕਲਿਆਣ ਹੋ ਸਕੇਗੀ। ਤੀਸਰਾ ਵਚਨ ਕਿਹਾ ਵੀ ਤੀਸਰੀ ਵਾਰ ਅਸੀਂ ਕਲਯੁਗ ਨੂੰ ਧੰਨ ਤਾਂ ਕਿਹਾ ਕਿ ਕਲਯੁਗ ਦੇ ਸਮੇਂ ਵਿੱਚ ਇਨਸਾਫ ਹੋਵੇਗਾ। ਕਿ ਇਨਸਾਫ, ਕਿ ਜਿਹੜਾ ਪਾਪ ਕਰੇਗਾ ਫਲ ਉਸੇ ਨੂੰ ਭੋਗਣਾ ਪਏਗਾ। ਸਾਧ ਸੰਗਤ ਤਕਰੀਬਨ ਇਹਨਾਂ ਸਾਰੀਆਂ ਗੱਲਾਂ ਦਾ ਗੁਰਬਾਣੀ ਦੇ ਵਿੱਚ ਵੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਹੈ, ਖੁਲਾਸਾ ਹੈ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਹੈ, ਭਾਈ ਸਾਹਿਬ ਜੀ ਨੇ ਜੋ ਕਥਨ ਕੀਤਾ ਹੈ, ਕਲਯੁਗ ਚਿਤਵੈ ਪੁੰਨ ਫਲ, ਗਿਆਨ ਦੀਆਂ ਵਿਦਵਾਨਾਂ ਨੇ ਸੱਤ ਭੂਮਿਕਾ ਮੰਨੀਆਂ ਨੇ। ਗਿਆਨ ਦੀ ਪਹਿਲੀ ਭੂਮਿਕਾ ਹੈ ਸ਼ੁਭ ਇੱਛਾ। ਜਦੋਂ ਮਨ ਵਿੱਚ ਸ਼ੁਭ ਇੱਛਾ ਪੈਦਾ ਹੋਵੇਗੀ, ਸ਼ੁਭ ਸੰਕਲਪ ਪੈਦਾ ਹੋਵੇਗਾ, ਉਹ ਸ਼ੁਭ ਸੰਕਲਪ ਜੀਵ ਨੂੰ ਸ਼ੁਭ ਕਰਮ ਵੱਲ ਪ੍ਰੇਰੇਗਾ। ਇਹ ਸ਼ੁਭ ਇੱਛਾ ਹੀ ਹੈ ਨਾ। ਜਦੋਂ ਗੁਰਮੁਖਾਂ ਦੇ ਮਨ ਵਿੱਚ ਅੰਮ੍ਰਿਤ ਵੇਲੇ ਜਾਗਣ ਦਾ, ਸਿਮਰਨ ਵਿੱਚ ਜੁੜਨ ਦਾ, ਬਾਣੀ ਪੜ੍ਹਨ ਦਾ ਸੰਕਲਪ ਪੈਦਾ ਹੁੰਦਾ ਹੈ, ਮਨ ਵਿੱਚ ਚਾਅ ਪੈਦਾ ਹੁੰਦਾ ਹੈ, ਪ੍ਰਭ ਇਹ ਹੈ ਮਨੋਰਥ ਮੇਰਾ, ਕਿਰਪਾ ਨਿਧਾਨ ਦਇਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ। ਪ੍ਰਾਤଃ ਕਾਲ ਲਾਗੋਂ ਗੁਰ ਚਰਣੀ, ਵੀ ਅੰਮ੍ਰਿਤ ਵੇਲੇ ਜਾ ਕੇ ਮੈਂ ਗੁਰੂ ਚਰਨਾਂ 'ਚ ਨਮਸਕਾਰ ਕਰਾਂ, ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਾਂ। ਪ੍ਰਾਤଃ ਕਾਲ ਲਾਗੋਂ ਗੁਰੂ ਚਰਣੀ, ਨਿਸਬਾਸੁਰ ਦਰਸ ਪਾਵੋਂ, ਤਨ ਮਨ ਅਰਪ ਕਰੋਂ ਜਨ ਸੇਵਾ, ਰਸਨਾ ਹਰ ਗੁਣ ਗਾਵੋਂ। ਇਹ ਹੈ ਮਨੋਰਥ ਮੇਰਾ ਪ੍ਰਭ ਜੀ, ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ। ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ ਪ੍ਰਭ ਜੀ, ਇਹ ਹੈ ਮਨੋਰਥ ਮੇਰਾ।
ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ, ਇਹ ਹੈ ਮਨੋਰਥ ਮੇਰਾ, ਪ੍ਰਭ ਜੀ ਇਹ ਹੈ ਮਨੋਰਥ ਮੇਰਾ। ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ, ਇਹ ਹੈ ਮਨੋਰਥ ਮੇਰਾ, ਪ੍ਰਭ ਜੀ ਇਹ ਹੈ ਮਨੋਰਥ ਮੇਰਾ। ਸ਼ੁਭ ਇੱਛਾ, ਸ਼ੁਭ ਸੰਕਲਪ, ਸ਼ੁਭ ਚਿਤਵਨੀ ਜਦੋਂ ਚਿੱਤ ਅੰਦਰ ਪੈਦਾ ਹੋਵੇਗੀ, ਫਿਰ ਸਾਰ ਸੰਗ ਤੋਂ ਸ਼ੁਭ ਕਰਮਾਂ ਵੱਲ ਪ੍ਰੇਰੇਗੀ। ਸ਼ੁਭ ਕਰਮਾਂ ਵੱਲ ਪ੍ਰਵਿਰਤੀ ਤਾਂ ਹੋ ਸਕੇਗੀ ਜੇ ਅੰਦਰ ਸ਼ੁਭ ਚਿਤਵਨੀ ਜਾਂ ਸ਼ੁਭ ਸੰਕਲਪ ਹੈ, ਤਾਂ ਸ਼ੁਭ ਸੰਕਲਪ ਦਾ ਪੁੰਨ ਮੰਨਿਆ ਗਿਆ ਹੈ। ਫਿਰ ਦੂਸਰਾ ਵਚਨ ਦੇਖੋ, ਗੁਰਬਾਣੀ ਦਾ ਇਹ ਮਹਾਵਾਕ ਹੈ ਕਿ ਸਤਿਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾ ਮਾਹੇ। ਇਹ ਕਲਯੁਗ ਦਾ ਸਮਾਂ ਉੱਤਮ ਹੈ ਬਾਕੀ ਸਾਰੇ ਯੁੱਗਾਂ ਦੇ ਨਾਲੋਂ। ਕੋਈ ਸਤਿਯੁਗ ਦੇ ਸਮੇਂ ਨੂੰ ਉੱਤਮ ਕਹਿੰਦਾ ਹੈ, ਕੋਈ ਤ੍ਰੇਤੇ ਨੂੰ, ਜਾਂ ਕੋਈ ਦੁਆਪਰ ਯੁੱਗ ਨੂੰ ਉੱਤਮ ਕਹਿੰਦਾ ਹੈ। ਪਰ ਸਤਿਗੁਰੂ ਜੀ ਕੀ ਕਹਿ ਰਹੇ ਨੇ? ਕਲਯੁਗ ਊਤਮ ਜੁਗਾ ਮਾਹੇ। ਕਿਉਂ ਉੱਤਮ ਹੈ? ਇਹ ਕਰ ਕਰੇ ਸੋ ਇਹ ਕਰ ਪਾਵੈ, ਕੋਈ ਨਾ ਪਕੜੀਐ ਕਿਸੇ ਥਾਂ। ਕਿ ਕਿਸੇ ਦੀ ਥਾਂ ਕਿਸੇ ਹੋਰ ਨੂੰ ਨਹੀਂ ਪਕੜਿਆ ਜਾਂਦਾ। ਜਿਹੜਾ ਕਰਮ ਕਰਦਾ ਫਲ ਉਸੇ ਨੂੰ ਭੋਗਣਾ ਪੈਂਦਾ ਹੈ। ਉਹ ਸਾਰ ਸੰਗਤ ਵਿਦਵਾਨਾਂ ਨੇ ਜਾਂ ਸਿਆਣੇ ਪੁਰਸ਼ਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਜਾਂ ਉਹਨਾਂ ਦੀ ਰਚਨਾ ਨੂੰ ਗੁਰੂ ਬਾਣੀ ਦੀ ਕੁੰਜੀ ਕਿਹਾ ਹੈ। ਬਹੁਤ ਸਾਰੇ ਇਤਿਹਾਸਕਾਰਾਂ ਦਾ ਮਤ ਹੈ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਜੀ ਦੀ ਰਚਨਾ ਨੂੰ ਇਹ ਵਰਦਾਨ ਦਿੱਤਾ। ਕਈਆਂ ਨੂੰ ਇਹ ਗੱਲ ਗਲੇ ਨਹੀਂ ਉਤਰਦੀ ਕਿ ਕੋਈ ਹੋਰ ਰਚਨਾ ਗੁਰਬਾਣੀ ਦੀ ਕੁੰਜੀ ਕਿਵੇਂ ਹੋ ਸਕਦੀ ਹੈ। ਉਹ ਸਾਰ ਸੰਗਤ ਇਸ ਗੱਲ ਉੱਪਰ ਕੋਈ ਇਤਰਾਜ਼ ਦੀ ਜ਼ਰੂਰਤ ਨਹੀਂ। ਗੁਰਬਾਣੀ ਵਿੱਚ ਬਹੁਤ ਸਾਰੇ ਗੋਝ ਵਚਨ ਐਸੇ ਆਉਂਦੇ ਨੇ, ਸਤਿਗੁਰੂ ਜੀ ਨੇ ਕੇਵਲ ਇਸ਼ਾਰੇ ਮਾਤਰ ਉਹਨਾਂ ਦਾ ਜ਼ਿਕਰ ਕੀਤਾ ਹੁੰਦਾ ਹੈ, ਪਰ ਉਸ ਨੂੰ ਸਮਝਣ ਵਾਸਤੇ ਉਸਦੇ ਖੁਲਾਸੇ ਦੀ ਜ਼ਰੂਰਤ ਪੈਂਦੀ ਹੈ, ਉਸ ਨੂੰ ਐਕਸਪਲੇਨ ਕਰਨਾ ਪੈਂਦਾ ਹੈ। ਕਈ ਥਾਂ ਭਾਈ ਸਾਹਿਬ ਜੀ ਨੇ ਇਹੋ ਕੁਝ ਕੀਤਾ ਹੈ। ਗੁਰਬਾਣੀ ਦੇ ਵਿੱਚ ਜੇ ਕੋਈ ਗੋਝ ਹੈ, ਜੇ ਕੋਈ ਐਸਾ ਵਚਨ ਹੈ ਜਿਹੜਾ ਸਤਿਗੁਰੂ ਜੀ ਨੇ ਸਿਰਫ ਇਸ਼ਾਰੇ ਮਾਤਰ ਹੀ ਕੀਤਾ ਹੈ, ਤਾਂ ਭਾਈ ਸਾਹਿਬ ਜੀ ਕਈ ਵਾਰ ਉਸ ਵਚਨ ਨੂੰ ਜਾਂ ਉਸ ਵਿਚਾਰ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ, ਉਸ ਨੂੰ ਨਿਰਣੇ ਕਰ ਦਿੰਦੇ ਨੇ, ਉਸ ਦਾ ਖੁਲਾਸਾ ਕਰ ਦਿੰਦੇ ਹਨ। ਹਾਂ, ਸਤਿਗੁਰੂ ਜੀ ਨੇ ਤਾਂ ਕੇਵਲ ਇਸ਼ਾਰੇ ਮਾਤਰ ਹੀ ਕਿਹਾ ਕਿ ਕਲਯੁਗ ਊਤਮੋ ਜੁਗਾ ਮਾਹੇ, ਕਿਉਂਕਿ ਇਸ ਯੁੱਗ ਦੇ ਵਿੱਚ ਇਨਸਾਫ ਹੈ। ਕਿਸੇ ਹੋਰ ਨੂੰ ਕਿਸੇ ਹੋਰ ਦੇ ਥਾਂ ਨਹੀਂ ਪਕੜਿਆ ਜਾਂਦਾ। ਭਾਵ ਐਸਾ ਨਹੀਂ ਪਾਪ ਕੋਈ ਕਰੇ ਔਰ ਫਲ ਕੋਈ ਭੋਗੇ। ਜੇ ਕਲਯੁਗ ਦੇ ਸਮੇਂ ਵਿੱਚ ਐਸਾ ਇਨਸਾਫ ਹੈ, ਫਿਰ ਇਸ ਦਾ ਅਰਥ ਹੀ ਇਹ ਬਣਦਾ ਹੈ ਕਿ ਪਹਿਲੇ ਯੁੱਗਾਂ ਵਿੱਚ ਇਨਸਾਫ ਨਹੀਂ ਹੋਵੇਗਾ।
ਬਸ ਭਾਈ ਸਾਹਿਬ ਜੀ ਇਸ ਗੱਲ ਦਾ ਖੁਲਾਸਾ ਕਰਦੇ ਨੇ ਕਿ ਸਤਜੁਗ ਉਤਮ ਆਖੀ ਹੈ, ਇੱਕ ਫੇੜਾ ਹੈ ਸਭ ਦੇਸ ਦੁਹੇਲਾ। ਲੋਕੀ ਸਤਜੁਗ ਦੇ ਸਮੇਂ ਨੂੰ ਉਤਮ ਕਹਿੰਦੇ ਨੇ, ਪਰ ਸੁਣ ਲਓ ਸਤਜੁਗ ਦੇ ਸਮੇਂ ਦਾ ਇਨਸਾਫ, ਇੱਕ ਫੇੜਾ ਹੈ ਸਭ ਦੇਸ ਦੁਹੇਲਾ। ਇੱਕ ਬੰਦਾ ਪਾਪ ਕਰਦਾ, ਫਲ ਸਾਰੇ ਦੇਸ਼ ਨੂੰ ਭੋਗਣਾ ਪੈਂਦਾ। ਕਹਿੰਦੇ ਵੇਣੂ ਰਾਜੇ ਨੇ ਸਤਜੁਗ ਦੇ ਸਮੇਂ ਵੀ ਐਸਾ ਅਪਰਾਧ ਕੀਤਾ, ਆਪਣੇ ਧਰਮ ਤੋਂ, ਆਪਣੇ ਸਦਾਚਾਰ ਤੋਂ ਡੋਲ ਕੇ, ਕਿ ਉਸ ਦਾ ਫਲ ਸਾਰੇ ਪ੍ਰਜਾ ਨੂੰ ਭੋਗਣਾ ਪਿਆ। ਉਹਦੇ ਸਾਰੇ ਇਲਾਕੇ ਦੇ ਵਿੱਚ ਤੱਤੀ ਰੇਤ ਦੀ ਵਰਖਾ ਹੁੰਦੀ ਰਹੀ। ਪਾਪ ਇਕੱਲੇ ਵੇਣੂ ਰਾਜੇ ਨੇ ਕੀਤਾ, ਫਲ ਸਾਰੀ ਪ੍ਰਜਾ ਨੇ, ਸਾਰੇ ਦੇਸ਼ ਨੇ ਭੋਗਿਆ। ਇੱਕ ਫੇੜਾ ਸਭ ਦੇਸ਼ ਦੁਹੇਲਾ। ਫਿਰ ਦੂਸਰਾ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਸਾਹਿਬ ਜੀ, ਤ੍ਰੇਤੈ ਨਗਰੀ ਪੀੜੀ ਹੈ। ਤ੍ਰੇਤੇ ਯੁੱਗ ਦਾ ਇਨਸਾਫ ਕਿਹੋ ਜਿਹਾ ਸੀ? ਪਾਪ ਕੋਈ ਇੱਕ ਕਰਦਾ, ਫਲ ਸਾਰੇ ਨਗਰ ਨੂੰ, ਸਾਰੇ ਸ਼ਹਿਰ ਨੂੰ ਭੋਗਣਾ ਪੈਂਦਾ। ਇਕੱਲੇ ਰਾਵਣ ਨੇ ਪਾਪ ਕੀਤਾ ਔਰ ਫਲ ਸਾਰੀ ਲੰਕਾ ਨੂੰ ਭੋਗਣਾ ਪਿਆ। ਤ੍ਰੇਤਾ ਹੈ ਨਗਰੀ ਪੀੜੀ ਹੈ, ਸਾਰੀ ਲੰਕਾ ਸੜ ਕੇ ਸੁਆਹ ਹੋ ਗਈ ਕੇਵਲ ਰਾਵਣ ਦੇ ਪਾਪ ਕਾਰਨ। ਉਸਨੇ ਧਰਮ ਤੋਂ, ਸ਼ਾਸਤਰ ਤੋਂ ਪ੍ਰਤੀਕੂਲ ਕਰਮ ਕੀਤਾ, ਉਹਨੂੰ ਤੇ ਫਲ ਮਿਲਣਾ ਹੀ ਸੀ, ਨਾਲ ਸਾਰੀ ਲੰਕਾ ਨੂੰ ਵੀ ਭੋਗਣਾ ਪਿਆ। ਹੁਣ ਆ ਗਿਆ ਦੁਆਪਰ ਯੁੱਗ। ਵੀ ਦੁਆਪਰ ਯੁੱਗ ਦਾ ਕਿਹੋ ਜਿਹਾ ਇਨਸਾਫ ਸੀ? ਦੁਆਪਰ ਵੰਸ਼ ਵਿਧੁੰਸ ਕੋ ਵੇਲਾ। ਪਾਪ ਇੱਕ ਕਰਦਾ, ਫਲ ਸਾਰੇ ਵੰਸ਼ ਨੂੰ, ਸਾਰੀ ਕੁਲ ਨੂੰ ਲੱਗਦਾ। ਉਦਾਹਰਨ ਹੈ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ, ਉਹਨਾਂ ਦਾ ਪੁੱਤਰ ਸਾਂਭ, ਜਿਸ ਨੇ ਜੋਬਨ ਜਵਾਨੀ ਦੇ ਗਰੂਰ ਦੇ ਵਿੱਚ ਆਪਣੇ ਹਮ ਉਮਰ ਮਿੱਤਰਾਂ ਨੂੰ ਨਾਲ ਲੈ ਕੇ ਦੁਰਵਾਸਾ ਰਿਸ਼ੀ ਨੂੰ ਮਸਕਰੀ ਕੀਤੀ। ਮਸਕਰੀ ਕੀ ਕੀਤੀ? ਕਿਸੇ ਅਣਦਾੜੀਏ ਲੜਕੇ ਦੇ ਇਹੋ ਜਿਹੇ ਵਸਤਰ ਪਵਾ ਦਿੱਤੇ, ਉਹ ਪੇਟ ਦੇ ਨਾਲ ਉਹਦੇ ਕੱਪੜੇ ਬੰਨ੍ਹ ਦਿੱਤੇ ਵੀ ਦੇਖਣ ਨੂੰ ਵੀ ਗਰਭਵਤੀ ਔਰਤ ਲੱਗੇ। ਦੁਰਵਾਸਾ ਰਿਸ਼ੀ ਦੇ ਪਾਸ ਚਲੇ ਗਏ, ਮਹਾਰਾਜ ਆਪ ਅੰਤਰਜਾਮੀ, ਆਪ ਸਰਬੱਗ ਹੋ, ਜੇ ਲੜਕੀ ਆਪ ਤੋਂ ਸ਼ਰਮ ਕੇ ਮਾਰੇ ਬਾਤ ਨਹੀਂ ਕਰਤੀ, ਆਪ ਕਿਰਪਾ ਕਰਕੇ ਦੱਸੋ ਇਸ ਦੇ ਪੇਟੋਂ ਲੜਕਾ ਪੈਦਾ ਹੋਵੇਗਾ ਜਾਂ ਲੜਕੀ? ਪਹਿਲਾਂ ਤਾਂ ਦੁਰਵਾਸਾ ਰਿਸ਼ੀ ਜੀ ਚੁੱਪ ਰਹੇ, ਕੋਈ ਉੱਤਰ ਨਾ ਦਿੱਤਾ। ਇਹਨਾਂ ਨੇ ਫਿਰ ਦੂਸਰੀ ਵਾਰ ਉਹੋ ਹੀ ਪ੍ਰਸ਼ਨ ਕੀਤਾ। ਹਾਲਾਂਕਿ ਦੁਰਵਾਸਾ ਰਿਸ਼ੀ ਜੀ ਸਾਰੀ ਗੱਲ ਜਾਣਦੇ ਸਨ, ਪਰ ਫਿਰ ਉਹਨਾਂ ਨੇ ਉਹ ਗੱਲ ਟਾਲ ਦਿੱਤੀ। ਜਦੋਂ ਤੀਸਰੀ ਵਾਰ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸੋ, ਆਪ ਅੰਤਰਜਾਮੀ ਹੋ, ਇਹ ਲੜਕੀ ਆਪ ਦੇ ਸ਼ਰਮ ਦੇ ਮਾਰੇ ਬੇਨਤੀ ਕਰ ਨਹੀਂ ਰਹੀ, ਅਸੀਂ ਆਪ ਦੇ ਚਰਨਾਂ ਵਿੱਚ ਅਰਜ਼ ਕਰ ਰਹੇ ਹਾਂ, ਆਪ ਕਿਰਪਾ ਕਰਕੇ ਦੱਸੋ ਇਸ ਦੀ ਕੁੱਖੋਂ ਪੁੱਤਰ ਦਾ ਜਨਮ ਹੋਵੇਗਾ ਜਾਂ ਧੀ ਦਾ? ਹੁਣ ਦੁਰਵਾਸਾ ਰਿਸ਼ੀ ਦਾ ਵੈਸੇ ਹੀ ਸੁਭਾਅ ਬੜਾ ਤਾਮਸੀ ਸੀ, ਥੋੜ੍ਹੀ ਜਿਹੀ ਗੱਲ 'ਤੇ ਨਾਰਾਜ਼ ਹੋ ਜਾਂਦੇ। ਆਮ ਜ਼ਿਕਰ ਆਉਂਦਾ ਹੈ ਪੌਰਾਣਿਕ ਇਤਿਹਾਸ ਵਿੱਚ, ਉਹਨਾਂ ਨੇ ਵਰਤੇ ਕਿਸੇ ਨੂੰ ਦਿੱਤਾ ਹੀ ਨਹੀਂ, ਜ਼ਿਆਦਾ ਸ਼ਰਾਪ ਹੀ ਦਿੱਤੇ। ਕਹਿਣਗੇ ਫਿਰ ਪੁੱਛਣਾ ਹੀ ਚਾਹੁੰਦੇ ਹੋ ਸੀ ਤੇ ਟਾਲ ਰਹੇ ਸੀ ਵੀ ਇਹਦੀ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਯਾਦਵ ਕੁਲ ਦਾ ਨਾਸ਼ ਕਰ ਦੇਵੇਗਾ।
ਹੁਣ ਸਾਧ ਸੰਗ ਜਦੋਂ ਦੁਰਵਾਸਾ ਜੀ ਨੇ ਵਚਨ ਕੀਤਾ ਤੇ ਥਰ ਥਰ ਕੰਬਣ ਲੱਗ ਪਏ ਵੀ ਅਸੀਂ ਤੇ ਐਵੇਂ ਮਜ਼ਾਕ ਹੀ ਕਰ ਰਹੇ ਸੀ, ਇਹਨਾਂ ਨੇ ਤੇ ਇਹ ਵਚਨ ਕਰ ਦਿੱਤਾ ਹੈ। ਸਾਰੇ ਡਰ ਗਏ, ਘਬਰਾ ਗਏ ਵੀ ਇਹਨਾਂ ਦਾ ਵਚਨ ਵੀ ਹੁਣ ਅਟੱਲ ਹੋਵੇਗਾ। ਆ ਗਏ ਭਗਵਾਨ ਕ੍ਰਿਸ਼ਨ ਜੀ ਦੇ ਪਾਸ, ਉਹਨਾਂ ਅੱਗੇ ਉਹ ਸਾਰੀ ਗੱਲ ਖੋਲ੍ਹ ਕੇ ਦੱਸੀ ਕਿ ਮਹਾਰਾਜ ਇਉਂ ਕਰਕੇ ਅਸੀਂ ਦੁਰਵਾਸਾ ਰਿਸ਼ੀ ਜੀ ਦੇ ਪਾਸ ਗਏ, ਨਾਲ ਇਹ ਤੁਹਾਡਾ ਸਾਹਿਬਜ਼ਾਦਾ ਵੀ ਸੀ ਸਾਂਭ, ਸਾਡੇ ਕੋਲੋਂ ਹੋ ਗਈ ਘੋਰ ਅਵੱਗਿਆ, ਅਸੀਂ ਕੀਤੀ ਰਿਸ਼ੀ ਜੀ ਨੂੰ ਮਸਖਰੀ। ਇੱਕ ਲੜਕੇ ਦੇ ਪੇਟ ਦੁਆਲੇ ਕੱਪੜੇ ਬੰਨ੍ਹ ਕੇ, ਔਰਤਾਂ ਵਾਲੇ ਵਸਤਰ ਪਵਾ ਕੇ ਦੁਰਵਾਸਾ ਜੀ ਨੂੰ ਪੁੱਛਿਆ ਕਿ ਮਹਾਰਾਜ ਦੱਸੋ ਇਹਦੇ ਪੇਟੋਂ ਲੜਕਾ ਜਨਮ ਲਏਗਾ ਜਾਂ ਲੜਕੀ? 2 ਵਾਰ ਤੇ ਚੁੱਪ ਰਹੇ। ਤੀਸਰੀ ਵਾਰ ਉਹਨਾਂ ਨੇ ਇਹ ਵਚਨ ਕੀਤਾ ਇਹਦੇ ਪੇਟੋਂ ਉਹ ਪੈਦਾ ਹੋਵੇਗਾ ਜਿਹੜਾ ਯਾਦਵ ਕੁਲ ਦਾ ਨਾਸ਼ ਕਰ ਦੇਵੇਗਾ। ਉਹ ਕਹਿਣ ਲੱਗੇ ਵੀ ਫਿਰ ਜੋ ਉਹਨਾਂ ਨੇ ਵਚਨ ਕਰ ਦਿੱਤਾ ਹੈ, ਦੁਨੀਆ ਦੀ ਕਿਹੜੀ ਸ਼ਕਤੀ ਟਾਲ ਸਕਦੀ ਹੈ? ਮਹਾਰਾਜ ਆਪ ਸਮਰੱਥ ਹੋ, ਟਾਲ ਸਕਦੇ ਹੋ। ਕਹਿਣੇ ਨਹੀਂ ਵੀ ਐਸੀ ਗੱਲ ਨਹੀਂ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਇੱਕ ਸਮੇਂ ਮੋਹ ਕੋ ਕਹੇ ਬਾਂਧੇ ਫਨ ਮੋਹ ਪੈ, ਜਵਾਬ ਨਾ ਹੋਏ। ਉਹਦੇ ਪੇਟ ਦੁਆਲਿਓਂ ਉਹ ਵਸਤਰ ਖੋਲ੍ਹੇ, ਇੱਕ ਵਿੱਚੋਂ ਨਿਕਲਿਆ ਲੋਹੇ ਦਾ ਮੂਸਲ। ਦੇਖ ਕੇ ਹੋਰ ਵੀ ਘਬਰਾ ਗਏ ਵੀ ਅਸੀਂ ਤੇ ਇਹ ਵਿੱਚ ਪਾਇਆ ਹੀ ਨਹੀਂ ਸੀ। ਮਹਾਰਾਜ ਫਿਰ ਵੀ ਸਾਨੂੰ ਕੋਈ ਵਿਧੀ, ਕੋਈ ਤਰੀਕਾ, ਕੋਈ ਜੁਗਤੀ, ਕੋਈ ਢੰਗ ਦੱਸੋ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹਦਾ ਤੇ ਹੁਣ ਪਸ਼ਚਾਤਾਪ ਹੀ ਹੋ ਸਕਦਾ ਹੈ, ਵੀ ਤੁਸੀਂ ਪਸ਼ਚਾਤਾਪ ਕਰੋ। ਕਹਿਣ ਲੱਗੇ ਮੂਸਲ ਨੂੰ ਰਗੜ ਕੇ ਇਸ ਨੂੰ ਦਰਿਆ ਵਿੱਚ ਸੁੱਟ ਦਿਓ। ਹੁਣ ਸਾਧ ਸੰਗਤ ਕਹਿੰਦੇ ਜਿਹੜਾ ਉਸਦਾ ਬੂਰਾ ਸੀ, ਜਦੋਂ ਉਹਨੂੰ ਦਰਿਆ ਵਿੱਚ ਸੁੱਟ ਦਿੱਤਾ, ਉਸੇ ਹਲਕਾ ਦਰਿਆ ਦੇ ਕਿਨਾਰੇ ਜਾ ਲੱਗਿਆ, ਉਹਦੇ ਤੋਂ ਦਬ ਪੈਦਾ ਹੋ ਗਈ। ਰਗੜਦਿਆਂ ਰਗੜਦਿਆਂ ਜਦੋਂ ਉਸ ਦੀ ਛੋਟੀ ਜਿਹੀ ਕੰਨੀ ਆਖਰੀ ਬਾਕੀ ਰਹਿ ਗਈ, ਉਹ ਵੀ ਦਰਿਆ ਵਿੱਚ ਸੁੱਟ ਦਿੱਤੀ। ਉਸ ਨੂੰ ਕੋਈ ਮੱਛੀ ਨੇ ਨਿਗਲ ਲਿਆ। ਫਿਰ ਉਸ ਮੱਛੀ ਦਾ ਜਦੋਂ ਸ਼ਿਕਾਰ ਕੀਤਾ, ਉਸ ਨੂੰ ਪਕੜਿਆ, ਆਪਣੇ ਜਾਲ ਦੇ ਵਿੱਚ ਬੱਧਕ ਨੇ ਉਹਦਾ ਪੇਟ ਚੀਰਿਆ, ਉਹਦੇ ਵਿੱਚੋਂ ਉਹ ਕੰਨੀ ਨਿਕਲੀ। ਉਹਨੂੰ ਬੱਧਕ ਨੇ ਆਪਣੇ ਤੀਰ ਦੇ ਅੱਗੇ ਜੜ ਲਿਆ। ਅਰੇ ਬੜੀ ਲੰਮੀ ਪੌਰਾਣਿਕ ਕਥਾ ਹੈ। ਉਸ ਦੁਰਵਾਸਾ ਰਿਸ਼ੀ ਦੇ ਸ਼ਰਾਪ ਦਾ ਸਦਕਾ ਦੁਰਵਾਸਾ ਸਿੰਘ ਕਰਤ ਠਗੌਰੀ ਯਾਦਵ ਇਹ ਫਲ ਪਾਏ। ਪੀ ਕੇ ਸ਼ਰਾਬ 56 ਕਰੋੜ ਯਾਦਵ ਆਪਸ ਵਿੱਚ ਲੜ ਲੜ ਕੇ ਮਰ ਗਏ। ਇਤਨਾ ਘਮਸਾਣ ਦਾ ਜੰਗ ਹੋਇਆ, ਕਹਿੰਦੇ ਸਾਰੇ ਸ਼ਸਤਰ ਵੀ ਟੁੱਟ ਗਏ। ਜਦੋਂ ਹੋਰ ਕੁਝ ਨਾ ਮਿਲਿਆ, ਜਿਹੜੀ ਦਬ ਸੀ ਨਾ ਉਹ ਪੁੱਟ ਲਈ। ਉਹ ਵੀ ਬੜੀ ਤਿੱਖੀ ਹੁੰਦੀ ਹੈ, ਬੜੀ ਮਜ਼ਬੂਤ। ਫਿਰ ਉਹਦੇ ਨਾਲ ਇੱਕ ਦੂਸਰੇ ਉੱਪਰ ਪ੍ਰਹਾਰ ਸ਼ੁਰੂ ਕਰ ਦਿੱਤਾ। ਰਹਿੰਦੇ ਖੂੰਦੇ ਉਹਦੇ ਨਾਲ ਮਾਰੇ ਗਏ। ਜਿਹੜੇ ਯਾਦਵ ਕੁਲ ਦੇ ਭੂਸ਼ਣ ਸਨ ਜਾਂ ਯਾਦਵ ਕੁਲ ਦੇ ਸਿਰਮੌਰ, ਜਿਸ ਕੁਲ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ। ਫਿਰ ਕਈ ਵਾਰ ਆਪ ਨੇ ਇਹ ਪ੍ਰਕਰਨ ਸੁਣਿਆ ਹੋਵੇਗਾ। ਪ੍ਰਭਾਤ ਖੇਤਰ ਦੇ ਉੱਪਰ ਜਦੋਂ ਭਗਵਾਨ ਕ੍ਰਿਸ਼ਨ ਜੀ ਆਪਣੇ ਗੋਡੇ ਦੇ ਉੱਪਰ ਚਰਨ ਰੱਖ ਕੇ ਲੰਮੇ ਪਏ ਨੇ, ਉਹਨਾਂ ਦੇ ਚਰਨਾਂ ਵਿੱਚ ਸੀ ਪਦਮ। ਬੱਧਕ ਨੇ ਦੂਰੋਂ ਦੇਖਿਆ, ਉਹਨੂੰ ਕਿਸੇ ਮਿਰਗ ਦੀ ਅੱਖ ਪ੍ਰਤੀਤ ਹੋਈ। ਮਿਰਗ ਜਾਣ ਕੇ ਆਪਣਾ ਬਾਣ ਚਲਾ ਦਿੱਤਾ। ਉਸੇ ਹੀ ਬਾਣ ਦੇ ਨਾਲ ਉਹ ਮੂਸਲ ਦੇ ਨਾਲੋਂ ਬਚੀ ਹੋਈ ਲੋਹੇ ਦੀ ਕਣੀ ਉਹ ਜੜੀ ਹੋਈ ਸੀ।
ਉਹ ਭਗਵਾਨ ਕ੍ਰਿਸ਼ਨ ਜੀ ਦੇ ਸਰੀਰ ਦੇ ਅੰਤ ਦਾ ਕਾਰਨ ਬਣ ਗਈ। ਹਾਂ, ਕਹਿਣ ਤੋਂ ਭਾਵ ਵੀ ਦੁਆਪਰ ਯੁੱਗ ਦੇ ਵਿੱਚ ਇਨਸਾਫ ਇਹ ਸੀ ਕਿ ਪਾਪ ਇੱਕ ਕਰਦਾ ਫਲ ਸਾਰੇ ਵੰਸ਼ ਨੂੰ ਭੋਗਣਾ ਪੈਂਦਾ। ਦੁਆਪਰ ਵੰਸ਼ ਵਿਧੁੰਸ ਕੁਵੇਲਾ, ਇਹ ਪਹਿਲਿਆਂ ਯੁਗਾਂ ਦਾ ਇਨਸਾਫ ਦੱਸ ਕੇ ਭਾਈ ਸਾਹਿਬ ਜੀ ਅੱਗੇ ਜਾ ਕੇ ਕਥਨ ਕਰਦੇ ਨੇ ਕਿ ਕਲਯੁਗ ਸੱਚ ਨਿਆਉ ਹੈ, ਕਿ ਕਲਯੁਗ ਦੇ ਵਿੱਚ ਹੈ ਨਿਆਂ, ਇਨਸਾਫ। ਜੋ ਬੀਜੈ, ਜਿਹੜਾ ਬੀਜਦਾ ਸੋ ਲੁਣੈ ਇਕੇਲਾ, ਉਹੋ ਹੀ ਵੱਢਦਾ ਹੈ, ਫਲ ਉਸੇ ਨੂੰ ਪ੍ਰਾਪਤ ਹੁੰਦਾ ਹੈ। ਹਾਂ, ਤਾਂ ਤੇ ਧਿਆਨ ਦਿਓ, ਜੋ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਸ਼ਾਰੇ ਮਾਤਰ ਲਿਖਿਆ ਹੈ ਕਿ ਕਲਯੁਗ ਉਤਮ ਜੁਗਾ ਮਾਹੇ, ਭਾਈ ਸਾਹਿਬ ਜੀ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੱਤਾ ਹੈ, ਇਹਦੀ ਵਿਆਖਿਆ ਕਰ ਦਿੱਤੀ ਹੈ, ਗੱਲ ਅੱਛੀ ਤਰ੍ਹਾਂ ਨਿਰਣੇ ਕਰ ਦਿੱਤੀ ਹੈ ਦ੍ਰਿਸ਼ਟਾਂਤ ਦੇ ਦੇ ਕੇ। ਇਸ ਕਰਕੇ ਭਾਈ ਸਾਹਿਬ ਜੀ ਦੀ ਰਚਨਾ ਨੂੰ ਇਹ ਵਡਿਆਈ ਮਿਲੀ ਹੈ, ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਕੋਈ ਰਚਨਾ ਗੁਰਬਾਣੀ ਤੋਂ ਵੱਡੀ ਨਹੀਂ ਹੋ ਸਕਦੀ। ਹਾਂ, ਗੁਰਬਾਣੀ ਦੀ ਵਿਆਖਿਆ ਕਰਦੀ ਹੋਵੇ ਉਹ ਰਚਨਾ ਪ੍ਰਵਾਨਿਕ ਹੁੰਦੀ ਹੈ। ਸੰਗਤਾਂ ਤੁਹਾਨੂੰ ਬੜੇ ਆਦਰ ਸਤਿਕਾਰ ਦੇ ਨਾਲ ਪੜ੍ਹਦੀਆਂ ਨੇ। ਹਾਂ, ਸਾਰ ਸੰਗਤ ਜਿਹੜਾ ਤੀਸਰਾ ਵਚਨ ਵੀ ਕਲਯੁਗ ਦੇ ਸਮੇਂ ਦੇ ਵਿੱਚ ਕਲਿਆਣ ਦਾ ਸਾਧਨ ਬੜਾ ਸੌਖਾ, ਬੜਾ ਆਸਾਨ ਹੋਵੇਗਾ, ਜਿਸ ਕਰਕੇ ਨਾਰਦ ਨੇ ਕਲਯੁਗ ਦੇ ਸਮੇਂ ਨੂੰ ਧੰਨ ਕਿਹਾ। ਭਾਈ ਸਾਹਿਬ ਜੀ ਨੇ ਇਸ ਕਥਨ ਦੀ ਵੀ ਵਿਆਖਿਆ ਕੀਤੀ ਹੈ। ਸ਼ਬਦ ਜਿਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ। ਹਾਂ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ। ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ। ਸਾਰ ਸੰਗ ਜਦੋਂ ਸਿੱਧਾ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਚਾ ਹੋਈ, ਫਿਰ ਜਾਇ ਚੜਿਆ ਸਮੇਰ ਪਰ ਸਿੱਧ ਮੰਡਲੀ, ਹੁਣ ਦ੍ਰਿਸ਼ਟੀ ਆਈ। ਜਦੋਂ ਸਮੇਰ ਪਰਬਤ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ, ਸਿੱਧਾ ਨਾਲ ਮਿਲਾਪ ਹੋਇਆ। ਇਹ ਪਹਿਲਾਂ ਤਾਂ ਬੜੇ ਅਸਚਰਜ, ਬੜੇ ਹੈਰਾਨ ਹੋਏ। ਭਲਾ ਅਸੀਂ ਤੇ ਪ੍ਰਾਣਾਯਾਮ ਦੇ ਬਲ ਕਰਕੇ ਇੱਥੇ ਪਹੁੰਚ ਗਏ ਹਾਂ, ਇਹਨਾਂ ਨੂੰ ਕਿਹੜੀ ਸ਼ਕਤੀ ਇੱਥੇ ਲੈ ਆਈ ਹੈ? ਪ੍ਰਸ਼ਨ ਵੀ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ? ਕਿਹੜੀ ਸ਼ਕਤੀ ਦੇ ਜ਼ਰੀਏ ਤੁਸੀਂ ਇਸ ਸੁਮੇਰ ਪਰਬਤ ਉੱਪਰ ਪਹੁੰਚ ਗਏ ਹੋ? ਤੁਸੀਂ ਕਿਹੜਾ ਤਪ, ਕਿਹੜੀ ਸਾਧਨਾ ਕੀਤੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਸਿੱਧੋ ਅਸੀਂ ਕੋਈ ਸਾਧਨਾ ਨਹੀਂ ਕੀਤੀ, ਕੋਈ ਪ੍ਰਾਣਾਯਾਮ ਨਹੀਂ ਕੀਤਾ, ਕੋਈ ਹੋਰ ਤਪ ਨਹੀਂ ਕੀਤਾ, ਅਸੀਂ ਤੇ ਕੇਵਲ ਇੱਕ ਹੀ ਕੰਮ ਕੀਤਾ ਹੈ।
ਜੀ ਹਉ ਜਪਿਆ ਪਰਮੇਸ਼ਰੋ, ਹਉ ਜਪਿਆ ਪਰਮੇਸ਼ਰੋ, ਹਉ ਜਪਿਆ ਪਰਮੇਸ਼ਰੋ, ਹਉ ਜਪਿਆ ਪਰਮੇਸ਼ਰੋ, ਪਾਉ ਭਗਤ ਸੰਗ ਤਾੜੀ ਲਾਈ, 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 ਹਉ ਜਪਿਆ ਪਰਮੇਸ਼ਰੋ, ਹਉ ਜਪਿਆ ਪਰਮੇਸ਼ਰੋ, ਇਸ ਦੀ ਕੀਤੀ ਆ ਪਰਮੇਸ਼ਰ ਦੀ ਪ੍ਰੇਮ ਹੈ ਭਗਤੀ। ਕੋਈ ਭੰਗ ਪੀ ਕੇ ਤਾੜੀਆਂ ਨਹੀਂ ਲਾਈਆਂ ਜਾਂ ਸ਼ਰਾਬ ਦਾ ਸੇਵਨ ਕਰਕੇ ਤਾੜੀਆਂ ਨਹੀਂ ਲਾਈਆਂ। ਅਸੀਂ ਤੇ ਆਪਣੀ ਚਿੱਤ ਬਿਰਤੀ ਨੂੰ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਪਰਮੇਸ਼ਰ ਦੀ ਪ੍ਰੇਮਾ ਭਗਤੀ ਅਸੀਂ ਤੇ ਇਸੇ ਨੂੰ ਮੁੱਖ ਰੱਖਿਆ ਹੈ। ਹਾਂ, ਇਹਦੇ ਬਲ ਕਰਕੇ ਅਸੀਂ ਇੱਥੇ ਪਹੁੰਚੇ ਹਾਂ। ਫਿਰ ਬੜੇ ਪ੍ਰਭਾਵਿਤ ਹੋਏ। ਮਹਾਰਾਜ ਤੁਸੀਂ ਆਏ ਹੋ ਨਾਨਕ ਜੀ ਮਾਤ ਲੋਕ ਤੋਂ, ਸਿੱਧ ਪੁੱਛਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਆ ਵਰਤਾਰਾ। ਇਹ ਕਿਹੋ ਜਿਹੇ ਉੱਥੋਂ ਦੇ ਹਾਲਾਤ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਸਿੱਧੋ ਵੀ ਮਾਤ ਲੋਕ ਦੀ ਕੀ ਦਸ਼ਾ ਬਿਆਨ ਕਰੀਏ। ਕੂੜ ਅਮਾਵਸ ਵਰਤਿਆ ਸੱਚ ਚੰਦਰਮਾ ਕੂੜ ਅੰਧਾਰਾ। ਵੀ ਉੱਥੇ ਤੇ ਮਾਨੋ ਚਾਰੇ ਪਾਸੇ ਮੱਸਿਆ ਦੀ ਰਾਂਤ ਵਾਂਗ ਕੂੜ ਦਾ ਪਾਪ ਦਾ ਹਨੇਰਾ ਪਸਰ ਚੁੱਕਾ ਹੈ। ਸੱਚ ਰੂਪੀ ਚੰਦਰਮਾ ਦੀ ਕਿਤੇ ਇੱਕ ਕਿਰਨ ਵੀ ਨਜ਼ਰ ਨਹੀਂ ਆ ਰਹੀ। ਸੱਚ ਕਾਲ ਕੂੜ ਵਰਤਿਆ, ਮਾਨੋ ਸੱਚ ਦਾ ਕਾਲ ਹੀ ਪੈ ਗਿਆ। ਸਾਰੇ ਕੂੜ ਦਾ ਹੋਇਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ। ਕੂੜ ਦਾ ਹੋਇਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ। ਸਾਰੇ ਕੂੜ ਦਾ ਹੋਇਆ ਵਰਤਾਰਾ ਜੀ, ਹੋਇਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ। ਸਾਰੇ ਕੂੜ ਦਾ ਹੋਇਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ।
ਪਿਆਰੇ ਜੀ ਸੱਚ ਵਾਲਾ ਕਾਲ ਪੈ ਗਿਆ। ਪਿਆਰੇ ਜੀ ਸੱਚ ਵਾਲਾ ਕਾਲ ਪੈ ਗਿਆ। ਪਿਆਰੇ ਜੀ ਸੱਚ ਵਾਲਾ ਕਾਲ ਪੈ ਗਿਆ। ਪਿਆਰੇ ਜੀ ਸੱਚ ਵਾਲਾ ਕਾਲ ਪੈ ਗਿਆ। ਸਾਰੇ ਕੋਲ ਨਾ ਹੋਇਆ ਵਰਤਾਰਾ। ਸੱਚ ਵਾਲਾ ਕਾਲ ਪੈ ਗਿਆ। ਸਾਰੇ ਕੋਲ ਨਾ ਹੋਇਆ ਵਰਤਾਰਾ। ਸੱਚ ਵਾਲਾ ਕਾਲ ਪੈ ਗਿਆ। ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਨੂੰ ਕਹਿਣ ਲੱਗੇ ਵੀ ਤੁਹਾਨੂੰ ਸੰਸਾਰ ਦੀ ਮਾਤ ਲੋਕ ਦੀ ਕੀ ਚਿੰਤਾ ਹੈ। ਤੁਸੀਂ ਤੇ ਸੰਸਾਰ ਨੂੰ ਸੜਦਾ ਬਲਦਾ ਛੱਡ ਕੇ ਇੱਥੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪ ਕੇ ਬੈਠ ਗਏ। ਪਈ ਸੰਸਾਰ ਤੇ ਨਫ਼ਰਤ ਦੀ ਅੱਗ ਬਲਦੀ ਰਹੇ। ਪਈਆਂ ਪਾਪ ਦੀਆਂ ਹਨੇਰੀਆਂ ਚੱਲਦੀਆਂ ਰਹਿਣ। ਤੁਹਾਨੂੰ ਇਸ ਗੱਲ ਦੀ ਕੀ ਚਿੰਤਾ ਹੈ। ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਆਪਣੇ ਆਪ ਨੂੰ ਕਹਾਉਣ ਵਾਲੇ ਜੋਗੀ ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਇਨ ਛਾਰਾ। ਮਲ ਕੇ ਪਿੰਡਿਆਂ ਤੇ ਸੁਆਓ ਸ਼ਕਲੋਂ ਬਦ ਸ਼ਕਲ ਹੋ ਬੈਠੇ ਨੇ। ਪਾਪ ਗਰਾਸੀ ਪ੍ਰਿਥਵੀ ਤੌਲ ਘੜਾ ਖੜਾ ਤਰ ਹੇਠ ਪੁਕਾਰਾ। ਧਰਮ ਰੂਪੀ ਧੌਲਾ ਬੈਲ ਉਹਦੇ ਪਾਸੋਂ ਪਾਪਾਂ ਦੇ ਨਾਲ ਗ੍ਰਸੀ ਦਾ ਹੁਣ ਭਾਰ ਨਹੀਂ ਚੁੱਕਿਆ ਜਾ ਰਿਹਾ। ਵਿਆਕੁਲ ਹੋ ਗਿਆ ਹੈ। ਧਰਤੀ ਡੋਲ ਰਹੀ ਹੈ ਪਾਪਾਂ ਦੇ ਭਾਰ ਕਰਕੇ। ਹਰ ਸਾਧ ਸੰਗਤ ਤੇ ਇਤਿਆਦਿਕ ਸਿੱਧਾਂ ਨਾਲ ਚਰਚਾ ਹੋ ਰਹੀ ਹੈ। ਸਿੱਧ ਬੜੇ ਪ੍ਰਭਾਵਿਤ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਤੋਂ। ਸੋਚਿਆ ਵੀ ਕਿਵੇਂ ਨਾ ਕਿਵੇਂ ਜੇ ਇਹ ਗੋਰਖ ਦਾ ਮਤ ਅਖਤਿਆਰ ਕਰ ਲੈਣ, ਗੋਰਖ ਦੇ ਚੇਲੇ ਬਣ ਜਾਣ, ਅਬ ਜੋਗ ਮਤ ਧਾਰਨ ਕਰ ਲੈਣ, ਫਿਰ ਸਾਰੇ ਸੰਸਾਰ 'ਤੇ ਸਾਡਾ ਮਤ ਪ੍ਰਚਲਿਤ ਕਰ ਸਕਦੇ ਨੇ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਉਹਨਾਂ ਨੇ ਤੇ ਪ੍ਰਾਣਾਯਾਮ ਦੇ ਬਲ ਕਰਕੇ ਆਪਣੀਆਂ ਉਮਰਾਂ ਸੈਂਕੜੇ ਸਾਲ ਲੰਮੀਆਂ ਕਰ ਲਈਆਂ ਸਨ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਮਰ ਤੇ ਜਦੋਂ 50 ਵਰਸ ਦੀ ਵੀ ਹੋਵੇ, ਉਹਨਾਂ ਦੇ ਸਾਹਮਣੇ ਤੇ ਉਹ ਬਾਲਕ ਹੀ ਸਨ। ਇਹ ਬਾਲਕਾ ਕਿਵੇਂ ਇੱਕ ਵਾਰ ਗੋਰਖ ਦਾ ਮਤ ਧਾਰਨ ਕਰ ਲਵੇ, ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਫਿਰ ਸਾਰੇ ਸੰਸਾਰ 'ਤੇ ਇਸ ਕਲਯੁਗ ਦੇ ਸਮੇਂ ਵਿੱਚ ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ। ਫਿਰ ਸਾਧ ਸੰਗਤ ਗੋਰਖ ਨੇ ਵੀ ਆਪਣੀ ਵੱਲੋਂ ਯਤਨ ਕੀਤਾ ਉਹਨਾਂ ਨੂੰ ਇੰਪ੍ਰੈਸ ਕਰਨ ਵਾਸਤੇ। ਖੱਪਰ ਦਿੱਤਾ, ਨਾਥ ਜੀ ਪਾਣੀ ਭਰ ਲੈ ਬਣ ਉੱਠ ਚੱਲਾ। ਇੱਕ ਲੋਟਾ ਦਿੱਤਾ, ਨਾਨਕ ਜੀ ਉਹ ਸਾਹਮਣੇ ਤਾਲਾਬ ਹੈ, ਉੱਥੋਂ ਜਾ ਕੇ ਪਾਣੀ ਦਾ ਭਰ ਕੇ ਲੈ ਆਓ। ਬਾਬਾ ਆਇਆ, ਪਾਣੀ ਹੈ। ਭਾਈ ਸਾਹਿਬ ਜੀ ਕਥਨ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਹੁੰਚੇ ਉਸ ਤਾਲਾਬ 'ਤੇ ਪਾਣੀ ਲੈਣ ਵਾਸਤੇ। ਕੀ ਦੇਖਿਆ? ਡਿੱਠੇ ਰਤਨ ਜਵਾਹਰ ਲਾਲਾ। ਉੱਥੇ ਬੜੇ ਕੀਮਤੀ
ਹੀਰੇ ਲਾਲ ਜਵਾਹਰਾਤ ਪੰਨੇ ਪੁਖਰਾਜ ਨੀਲਮ ਇਤਿਆਦਿਕ ਇਹ ਜਗਮਗ ਜਗਮਗ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਆ ਗਏ। ਉਹ ਲੋਟਾ ਗੋਰਖ ਦੇ ਸਾਹਮਣੇ ਰੱਖ ਦਿੱਤਾ। ਬਾਬੇ ਆਖਿਆ, ਨਾਥ ਜੀ ਪਾਣੀ ਠਾਉੜ ਨਹੀਂ ਤੇ ਸਤਾਲਾ। ਇਹ ਗੋਰਖ ਜੀ ਉੱਥੇ ਤੇ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ। ਗੋਰਖ ਤੇ ਚੁੱਪ ਰਿਹਾ। ਜਿਹੜੇ ਬਾਕੀ ਉਹਦੇ ਚੇਲੇ ਸਨ ਕਹਿਣ ਲੱਗੇ, ਨਾਨਕ ਜੀ ਦੇਖਿਆ ਵੀ ਜੇ ਕਿਤੇ ਤੁਸੀਂ ਸਾਡਾ ਮਤ ਅਖਤਿਆਰ ਕਰ ਲਵੋ, ਇਹੋ ਹੀ ਸਿੱਧੀਆਂ ਇਹੋ ਹੀ ਬਰਕਤਾਂ ਤੁਹਾਨੂੰ ਵੀ ਪ੍ਰਾਪਤ ਹੋ ਜਾਣਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਬਸ ਇਹੋ ਕੁਝ ਪ੍ਰਾਪਤ ਹੋਵੇਗਾ? ਫਿਰ ਤੁਸੀਂ ਦੱਸੋ ਖੱਟਿਆ ਕੀ? ਤੁਸੀਂ ਤਾਂ ਹੀਰੇ ਲਾਲ ਜਵਾਹਰਾਤ ਛੱਡ ਕੇ ਆਏ ਹੋ। ਹਜ਼ਾਰਾਂ ਮੁਰਬਾਂ ਮੀਲਾਂ ਵਿੱਚ ਤੁਹਾਡਾ ਰਾਜ ਸੀ, ਕਿਉਂਕਿ ਜ਼ਿਆਦਾਤਰ ਗੋਰਖ ਦੇ ਚੇਲੇ ਵੱਡੇ ਵੱਡੇ ਰਾਜੇ ਮਹਾਰਾਜੇ ਸਨ। ਇਹ ਹਜ਼ਾਰਾਂ ਮੁਰਬਾਂ ਮੀਲਾਂ ਵਿੱਚ ਤੁਹਾਡਾ ਰਾਜ, ਬੜੀਆਂ ਸੁੰਦਰ ਰਾਣੀਆਂ, ਹਾਥੀ ਘੋੜਿਆਂ ਦੇ ਤਵੇਲੇ, ਲੱਖਾਂ ਦੀ ਗਿਣਤੀ ਵਿੱਚ ਸੈਨਾ, ਹੀਰੇ ਲਾਲ ਜਵਾਹਰਾਤਾਂ ਦੇ ਭਰੇ ਹੋਏ ਖਜ਼ਾਨੇ। ਇਹ ਕੁਝ ਤੇ ਤੁਹਾਨੂੰ ਪਹਿਲਾਂ ਹੀ ਪ੍ਰਾਪਤ ਸੀ। ਇਹ ਕੁਝ ਛੱਡ ਕੇ ਆਏ ਹੋ। ਜੇ ਇਹੋ ਕੁਝ ਖੱਟਣਾ ਸੀ ਫਿਰ ਲਾਹਣਤ ਹੈ ਤੁਹਾਡੇ ਜੋਗ ਨੂੰ। ਸਾਰ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉੱਥੇ ਚਰਚਾ ਸ਼ੁਰੂ ਹੋਈ। ਤੇ ਕੋਈ ਡਾਂਗ ਸੋਟੇ ਦੀ ਲੜਾਈ ਨਹੀਂ, ਉੱਥੇ ਵਿਚਾਰਾਂ ਦਾ ਆਦਾਨ ਪ੍ਰਦਾਨ। ਉਹ ਸਾਰ ਸੰਗਤ ਵੈਸੇ ਭਾਈ ਸਾਹਿਬ ਜੀ ਨੇ ਕਈ ਥਾਂ 'ਤੇ ਜ਼ਿਕਰ ਕੀਤਾ ਹੈ ਕਿ ਆਪਸ ਵਿੱਚ ਸਿੱਧਾਂ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਪਰਸਪਰ ਤਲਖ ਕਲਾਮੀ ਵੀ ਹੋਈ। ਕਈ ਸਿੱਧ ਤੈਸ਼ ਵਿੱਚ ਵੀ ਆ ਜਾਂਦੇ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਜਦੋਂ ਇਸ ਪ੍ਰਕਰਣ ਦਾ ਜ਼ਿਕਰ ਆਉਂਦਾ ਹੈ, ਉੱਥੇ ਇੱਕ ਥਾਂ 'ਤੇ ਐਸਾ ਵੀ ਪ੍ਰਕਰਣ ਆਉਂਦਾ ਕਿ ਮਰਦਾਨੇ ਨੂੰ ਵੀ ਜੋਸ਼ ਆ ਗਿਆ। ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਇਹਨਾਂ ਨੂੰ ਪਕੜ ਕੇ ਚੱਡੇ ਗਾਟੇ ਪਹਾੜ ਤੋਂ ਹੇਠਾਂ ਸੁੱਟ ਦਿਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਮਰਦਾਨਿਆਂ ਵੀ ਇੱਥੇ ਕੋਈ ਇਸ ਤਰ੍ਹਾਂ ਦਾ ਜੰਗ, ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਹੋ ਰਹੀ। ਇਹ ਤਾਂ ਇਹ ਵਿਚਾਰਾਂ ਦੀ ਲੜਾਈ ਹੈ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਸ਼ਾਂਤ ਕੀਤਾ। ਪਰ ਜਿਹੜੀ ਗੋਸ਼ਟ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ, ਰਾਮਕਲੀ ਰਾਗ ਦੇ ਵਿੱਚ ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਦੇ ਸਿਰਲੇਖ ਹੇਠ ਜੇ ਆਪਾਂ ਉਹਨੂੰ ਪੜ੍ਹਦੇ ਹਾਂ, ਉਸ ਦਾ ਅਧਿਐਨ ਕਰਦੇ ਹਾਂ, ਜਿਹੜੀ ਉਹ ਚਰਚਾ ਹੋਈ ਹੈ ਬੜੇ ਵਧੀਆ ਮਾਹੌਲ ਦੇ ਵਿੱਚ। ਸਿੱਧ ਪ੍ਰਸ਼ਨ ਕਰ ਰਹੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦਾ ਢੁਕਵਾਂ ਉੱਤਰ ਦੇਈ ਜਾ ਰਹੇ ਨੇ। ਸਿੱਧਾਂ ਦੇ ਪ੍ਰਸ਼ਨ ਨੇ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤਰ ਨੇ। ਇਹ ਪ੍ਰਸ਼ਨੋਤਰੀ ਜਾਂ ਇਹ ਗੋਸ਼ਟ ਉਹ ਕਿਸੇ ਤਲਖ ਕਲਾਮੀ ਵਿੱਚ ਨਹੀਂ, ਬਲਕਿ ਬੜੇ ਸੁਹਿਰਦ ਵਾਤਾਵਰਣ ਦੇ ਵਿੱਚ, ਬੜੇ ਵਧੀਆ ਮਾਹੌਲ ਵਿੱਚ ਹੋਈ ਹੈ। ਪਰ ਸਿੱਧਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਵਾਰ ਨਹੀਂ, ਕਈ ਵਾਰ ਗੋਸ਼ਟ, ਕਈ ਵਾਰ ਚਰਚਾ ਹੋਈ। ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ, ਉੱਥੇ ਜ਼ਰੂਰ ਤਲਖ ਕਲਾਮੀ ਹੋਈ ਹੋਵੇਗੀ। ਔਰ ਜਿਸ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ, ਉਹ ਅੱਛੇ ਮਾਹੌਲ ਵਿੱਚ ਹੋਈ ਹੋਵੇਗੀ। ਜਾਂ ਫਿਰ ਇੱਕੋ ਹੀ ਘਟਨਾ ਹੁੰਦੀ ਹੈ, ਉਸ ਨੂੰ ਬਿਆਨ ਕਰਨ ਦਾ ਅੰਦਾਜ਼ ਵੱਖਰਾ ਵੱਖਰਾ ਹੁੰਦਾ ਹੈ। ਖੈਰ ਧਿਆਨ ਦਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਚਾ ਹੋ ਰਹੀ ਹੈ। ਉੱਥੇ ਕੋਈ ਡਾਂਗ ਸੋਟੇ ਦੀ, ਕੋਈ ਤੀਰ ਤਲਵਾਰ ਦੀ ਲੜਾਈ ਨਹੀਂ ਹੋ ਰਹੀ। ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ, ਦਿਗ ਵਿਜੈ ਹੇਤ ਸਾਜ ਬੇਦੀ ਕੁਲਕੇਤ ਦਲ, ਚਲੇ ਦੰਭ ਦਲ ਨੇ ਕੋ ਦਲਨ ਵਿਦਾਰਿਆ।
ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਚੱਲੇ ਨੇ ਨਾ ਸੁਲਤਾਨਪੁਰ ਤੋਂ, ਉਹਨਾਂ ਨੇ ਕਿਹੜਾ ਕਿਸੇ ਰਾਜੇ ਉੱਪਰ ਚੜ੍ਹਾਈ ਕਰਨੀ ਸੀ, ਕਿਸੇ ਸਲਤਨਤ ਦੇ ਉੱਪਰ ਕਬਜ਼ਾ ਕਰਨਾ ਸੀ, ਜਾਂ ਕਿਸੇ ਅਬਲਾ ਨੂੰ ਹਥਿਆਉਣਾ ਸੀ। ਉਹਨਾਂ ਦਾ ਤਾਂ ਕੋਈ ਮਨੋਰਥ ਨਹੀਂ ਸੀ ਹੋਰ ਐਸਾ, ਪਰ ਉਹ ਵੀ ਦਿਗਵਿਜੈ ਵਾਸਤੇ ਹੀ ਚੱਲੇ ਨੇ, ਭਾਵ ਸੰਸਾਰ ਨੂੰ ਜਿੱਤਣ ਵਾਸਤੇ। ਜਦੋਂ ਕੋਈ ਚੜ੍ਹਾਈ ਕਰਦਾ ਹੈ ਜੰਗ ਜਿੱਤਣ ਵਾਸਤੇ, ਉਹਦੇ ਪਾਸ ਸੈਨਾ ਵੀ ਹੁੰਦੀ ਹੈ, ਸੈਨਾ ਦੇ ਪਾਸ ਝੰਡੇ ਨਗਾਰੇ ਵੀ ਹੁੰਦੇ ਨੇ, ਉਹਨਾਂ ਦੇ ਪਾਸ ਹਥਿਆਰ ਵੀ ਹੁੰਦੇ ਨੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਕਿਹੜੀ ਸੈਨਾ ਹੈ, ਕਿਹੜੇ ਨਗਾਰੇ ਨੇ, ਕਿਹੜੇ ਝੰਡੇ ਨੇ, ਕਿਹੜੇ ਹਥਿਆਰ ਨੇ। ਸਾਧ ਸੰਗਤ ਬੜੇ ਸੁੰਦਰ ਲਫ਼ਜ਼ਾਂ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਬਿਆਨ ਕੀਤਾ ਹੈ। ਦਿਗਵਿਜੈ ਹੇਤ ਸਾਜ ਬੇਦੀ ਕੁਲਕੇਤ ਦਲ, ਚੰਲੇ ਦੰਭ ਦਲ ਨੇ ਕੋ ਦਲ ਨੇ ਵਿਦਾਰਿਆ। ਪਖੰਡ ਦਾ ਦਮਨ ਕਰਨ ਵਾਸਤੇ, ਪਖੰਡ ਨੂੰ ਦੰਡਣ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੜ੍ਹਾਈ ਕੀਤੀ ਹੈ, ਸ਼ੁਭ ਗੁਣਾਂ ਦੀ ਸੈਨਾ ਲੈ ਕੇ। ਉਸ ਸੈਨਾ ਦੇ ਪਾਸ ਝੰਡਾ ਕਿਹੜਾ ਹੈ? ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ। ਭਗਤੀ ਦਾ ਝੰਡਾ ਹੈ ਜਿਹਦੇ ਉੱਪਰ ਪ੍ਰੇਮ ਦਾ ਵਸਤਰ ਫਹਿਰਾ ਰਿਹਾ ਹੈ। ਹਾਂ, ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋਂ ਕਹਿਰਾਨੋਂ ਕੰਨ ਭਾਰਿਆ। ਪਰਮੇਸ਼ਰ ਦੀ ਕੀਰਤੀ ਦੇ, ਉਸ ਦੇ ਜਸ ਦੇ, ਉਸ ਦੀ ਵਡਿਆਈ ਦੇ ਮਨ ਨੂੰ ਅੱਗੇ ਅੱਗੇ ਨਗਾਰੇ ਵੱਜ ਰਹੇ ਨੇ ਇਸ ਸ਼ੁਭ ਗੁਣਾਂ ਦੀ ਸੈਨਾ ਦੇ। ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋਂ ਕਹਿਰਾਨੋਂ ਕੰਨ ਭਾਰਿਆ। ਗਿਆਨ ਕੋ ਖੜਗ ਧਰ। ਹੁਣ ਹਥਿਆਰਾਂ ਦੀ ਗੱਲ ਹੋ ਰਹੀ ਹੈ, ਪਾਸ ਉਹਨਾਂ ਦੇ ਗਿਆਨ ਦੀ ਖੜਗ, ਭਾਵ ਗਿਆਨ ਦੀ ਤਲਵਾਰ ਹੈ। ਜੁਗਤ ਕਮਾਨ ਕਰ, ਜੁਗਤ ਦਾ ਧਨੁਸ਼ ਹੈ, ਜੁਗਤ ਦੀ ਕਮਾਨ ਹੈ। ਫਿਰ ਉਹਦੇ ਉੱਪਰ ਚਾੜ ਕੇ ਛੱਡੇ ਜਾਣ ਵਾਲੇ ਦੇ ਤੀਰ ਕਿਹੜੇ ਨੇ? ਉਹ ਸਾਰ ਸੰਗ ਦੇ ਤੀਰ ਨੇ ਸ਼ਬਦਾਂ ਦੇ। ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਂਤ ਲੀਨ ਸਿਲੀ ਮੁਖ ਧਾਰਿਆ। ਇਹ ਹਥਿਆਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ। ਅਖੀਰ ਵਿੱਚ ਭਾਈ ਸਾਹਿਬ ਜੀ ਐਸਾ ਵੀ ਜ਼ਿਕਰ ਕਰਦੇ ਨੇ ਕਿ ਹਥਿਆਰ ਹੋਰ ਵੀ ਹੈ, ਉਹ ਹਰ ਥਾਂ ਜਾਂ ਹਮੇਸ਼ਾ ਨਹੀਂ ਵਰਤਦੇ, ਨਾ ਆਪਣੀ ਪੈਗੰਬਰੀ ਦੇ ਦਾਅਵੇ ਵਾਸਤੇ, ਨਾ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ, ਨਾ ਦੁਨੀਆ ਦੀ ਵਾਹਵਾ ਲੈਣ ਵਾਸਤੇ। ਜਿੱਥੇ ਕਿਤੇ ਪਾਖੰਡ ਦਾ ਜਾਂ ਪਾਪ ਦਾ ਬਹੁਤਾ ਮਜ਼ਬੂਤ ਕਿਲ੍ਹਾ ਦੇਖਦੇ ਨੇ, ਉਂਗਲੀ ਗੰਧਾਰੀ ਨੇ ਹਜ਼ਾਰਾਂ ਮਣ ਦਾ ਪੱਥਰ ਰੋੜ ਦਿੱਤਾ ਹੈ। ਫਿਰ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਰਦੇ? ਆਪਣੇ ਪਵਿੱਤਰ ਪੰਜੇ ਦੇ ਨਾਲ ਉਹ ਹਜ਼ਾਰਾਂ ਮਣ ਦਾ ਪੱਥਰ ਰੋਕ ਦਿੱਤਾ। ਇਹ ਕ੍ਰਿਸ਼ਮਾ ਹੀ ਹੈ ਨਾ, ਇਹ ਚਮਤਕਾਰ ਹੈ। ਹੁਣ ਭਾਈ ਸਾਹਿਬ ਜੀ ਕਥਨ ਕਰਦੇ ਨੇ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਗਏ, ਕਾਬੇ ਵੱਲ ਪੈਰ ਕਰਕੇ ਪੈ ਗਏ। ਹੁਣ ਅਸੀਂ ਤਾਂ ਗੱਲ ਤਸਲੀਮ ਕਰਨ ਵਾਸਤੇ ਤਿਆਰ ਨਹੀਂ, ਪਰ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਆਪਾਂ ਸਿੱਖ ਜਗਤ ਦਾ ਸਭ ਤੋਂ ਵੱਡਾ ਫਿਲਾਸਫਰ ਮੰਨਦੇ ਹਾਂ, ਫਿਰ ਉਹਨਾਂ ਨੂੰ ਕੋਈ ਉਜਰ ਨਹੀਂ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਨੂੰ ਤਸਲੀਮ ਕਰਨ ਦੇ ਵਿੱਚ। ਉਹ ਕੀ ਕਹਿ ਰਹੇ ਨੇ ਕਿ ਜੀਵਨ ਨਾਂ ਦਾ ਕਾਜ਼ੀ ਹੈ, ਵੀ ਕੌਣ ਕਾਫਰ ਸੁੱਤਾ ਪਿਆ। ਉਹਨਾਂ ਦੀ ਬੱਖੀ ਦੇ ਵਿੱਚ ਪ੍ਰਹਾਰ ਕੀਤਾ, ਲੱਤ ਵੀ ਮਾਰੀ, ਕ੍ਰੋਧ ਵਿੱਚ ਆ ਕੇ ਨਾਲ ਟੰਗਾਂ ਤੋਂ ਪਕੜ ਕੇ ਘਸੀਟਣਾ ਸ਼ੁਰੂ ਕਰ ਦਿੱਤਾ। ਫਿਰ ਹੋਇਆ ਕੀ? ਸਾਰ ਸੰਗਤ ਜੋ ਕੁਝ ਹੋਇਆ ਉਸ ਨੂੰ ਆਪਾਂ ਕੀ ਕਹਾਂਗੇ? ਬਹੁਤ ਸਾਰੇ ਸੱਜਣ ਕਹਿੰਦੇ ਨੇ, ਲਓ ਜੀ ਇਹ ਕਰਾਮਾਤ ਦੀ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ, ਗੁਰੂ ਸਾਹਿਬ ਨੇ ਤਾਂ ਦਿਖਾਈ ਹੀ ਨਹੀਂ। ਉਹਨਾਂ ਨੇ ਤਾਂ ਕਰਾਮਾਤ ਨੂੰ ਕਹਿਰ ਮੰਨਿਆ, ਕਹਿਰ ਉਸ ਕਰਾਮਾਤ ਨੂੰ ਮੰਨਿਆ ਜਿਹੜੀ ਆਪਣੀ ਪੈਗੰਬਰੀ ਦੇ ਦਾਅਵੇ ਵਾਸਤੇ ਦਿਖਾਈ ਜਾਂਦੀ ਹੈ, ਜਾਂ ਖਲਕਤ ਨੂੰ ਡਰਾਉਣ ਵਾਸਤੇ, ਭਰਮਾਉਣ ਵਾਸਤੇ ਦਿਖਾਈ ਜਾਂਦੀ ਹੈ, ਉਹ ਹੈ ਕਹਿਰ। ਜੇ ਪ੍ਰਮਾਤਮਾ ਦੀ ਰਜ਼ਾ ਵਿੱਚ ਕੋਈ ਐਸੀ ਘਟਨਾ ਵਾਪਰ ਜਾਵੇ, ਭਗਤਾਂ ਦੇ ਜੀਵਨ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ, ਪਰ ਬਹੁਤਾ ਵਿਸਥਾਰ ਨਹੀਂ ਕਰਨਾ। ਉਹ ਸਾਰ ਸੰਗ ਦੇਖੋ ਅੱਜ ਸੰਸਾਰ 'ਤੇ ਜਿਹੜੇ ਧਰਮ ਜ਼ਿਆਦਾ ਫੈਲੇ ਹੋਏ ਨੇ, ਉਹਨਾਂ ਦੇ ਪੈਗੰਬਰਾਂ ਦਾ, ਉਹਨਾਂ ਦੇ ਰਹਿਬਰਾਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ,
ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹਰ ਘਟਨਾ ਨੂੰ ਇੱਕ ਚਮਤਕਾਰ ਦਾ ਰੂਪ ਦਿੱਤਾ ਹੈ। ਉਹਨਾਂ ਨੇ ਤਾਂ ਕਦੇ ਇਤਰਾਜ਼ ਨਹੀਂ ਕੀਤਾ, ਉਹਨਾਂ ਨੇ ਤਾਂ ਕੋਈ ਇਸ ਗੱਲ ਦਾ ਉਜਰ ਨਹੀਂ, ਉਹਨਾਂ ਨੇ ਤਾਂ ਕਦੇ ਸ਼ਿਕਵਾ ਨਹੀਂ ਕੀਤਾ ਵੀ ਸਾਡੇ ਪੈਗੰਬਰ ਦੇ ਨਾਮ ਨਾਲ ਇਹ ਕਰਾਮਾਤਾਂ, ਇਹ ਕ੍ਰਿਸ਼ਮੇ, ਚਮਤਕਾਰ ਕਿਉਂ ਜੋੜੇ ਜਾ ਰਹੇ ਨੇ। ਪਰ ਸਾਨੂੰ ਪਤਾ ਨਹੀਂ ਕੀ ਮਾਰ ਪਈ ਹੈ, ਅਸੀਂ ਸਾਡੇ ਆਪਣੇ ਗੁਰੂ ਸਾਹਿਬਾਨ ਨੂੰ ਕੋਈ ਸਾਧਾਰਨ ਹਸਤੀ ਸਮਝ ਲਿਆ। ਉਹ ਸਾਡੇ ਪਾਸ ਜਿਹੜੀ ਸਾਡੇ ਕੋਲ ਤੱਕੜੀ ਹੈ ਨਾ, ਇਹ ਤੋਲਣ ਵਾਲੀ ਜਾਂ ਨਿਰਣਾ ਕਰਨ ਵਾਲੀ, ਉਹ ਸਾਡੀ ਬੁੱਧ ਹੀ ਹੈ। ਸਾਨੂੰ ਆਪਣੀ ਅਕਲ ਦੇ ਉੱਪਰ ਇਤਨਾ ਵੱਡਾ ਮਾਣ ਹੈ ਵੀ ਜਿਹੜੀ ਗੱਲ ਤੇ ਸਾਡੀ ਅਕਲ ਵਿੱਚ ਆ ਗਈ ਹੈ, ਜਿਹੜੀ ਸਾਡੀ ਅਕਲ ਦੇ ਦਾਇਰੇ ਅੰਦਰ ਸੀਮਤ ਹੈ, ਉਹ ਗੱਲ ਤੇ ਅਸੀਂ ਮੰਨਣ ਵਾਸਤੇ ਤਿਆਰ ਹਾਂ। ਜਿਹੜੀ ਗੱਲ ਸਾਡੀ ਅਕਲ ਵਿੱਚ ਆਉਂਦੀ ਹੀ ਨਹੀਂ, ਉਸ ਨੂੰ ਅਸੀਂ ਮੰਨਣ ਵਾਸਤੇ ਤਿਆਰ ਹੀ ਨਹੀਂ ਹੁੰਦੇ। ਬਸ ਸਾਡੇ ਪਾਸ ਇਹੋ ਹੀ ਪੈਮਾਨਾ ਹੈ, ਸਾਨੂੰ ਆਪਣੀ ਅਕਲ ਦੇ ਉੱਪਰ ਹੀ ਇੰਨਾ ਮਾਣ ਹੋ ਗਿਆ। ਅਸੀਂ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਪਹਿਲਾਂ ਆਪਣੀ ਅਕਲ ਦੇ ਨਾਲ ਤੋਲਦੇ ਹਾਂ ਵੀ ਸਾਡੀ ਅਕਲ ਦੇ ਨਾਪ ਤੋਲ ਵਿੱਚ ਆਉਂਦੀ ਆ ਜਾਂ ਨਹੀਂ। ਜੇ ਨਹੀਂ ਆਉਂਦੀ ਫਿਰ ਗੁਰੂ ਦੀ ਹਸਤੀ ਛੋਟੀ ਆ, ਸਾਡੀ ਅਕਲ ਬਹੁਤ ਵੱਡੀ ਹੈ। ਇਹ ਤਾਂ ਗੱਲ ਹੋ ਹੀ ਨਹੀਂ ਸਕਦੀ, ਇਹ ਤਾਂ ਇੰਪੋਸੀਬਲ ਹੈ। ਉਹ ਸਾਰ ਸੰਗ ਜੇ ਤੇ ਆਪਾਂ ਗੁਰੂ ਨੂੰ ਮੰਨਦੇ ਹਾਂ ਸਮਰੱਥ, ਜੇ ਤੇ ਗੁਰਬਾਣੀ ਦੇ ਕਥਨ ਅਨੁਸਾਰ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਜੇ ਤੇ ਸਾਡੀ ਗੁਰੂ ਦੇ ਉੱਪਰ ਸ਼ਰਧਾ, ਗੁਰੂ ਦੇ ਉੱਪਰ ਨਿਸ਼ਚਾ ਐਸਾ ਹੈ, ਫਿਰ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿਹੜਾ ਸਮਰੱਥ ਹੈ ਉਹ ਤਾਂ ਕੁਝ ਵੀ ਕਰ ਸਕਦਾ ਹੈ, ਉਹਨੂੰ ਇਤਰਾਜ਼ ਕਿਉਂ ਹੋਵੇ। ਭਾਈ ਸਾਹਿਬ ਜੀ ਕਥਨ ਕਰਦੇ ਨੇ ਕਿ ਜਿੱਥੇ ਆਪ ਪਾਖੰਡ ਦਾ ਜਾਂ ਪਾਪ ਦਾ ਬਹੁਤਾ ਮਜ਼ਬੂਤ ਕਿਲ੍ਹਾ ਦੇਖਦੇ ਨੇ, ਉੱਥੇ ਕਈ ਵਾਰ ਇਹ ਤੋਪ ਵੀ ਚਲਾ ਦਿੰਦੇ ਨੇ, ਜਹਾਂ ਦਿੜ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਹੇ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਹਾਂ, ਸਾਰ ਸੰਗਤ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਸ਼ੁਭ ਗੁਣਾਂ ਦੀ ਸੈਨਾ ਨੂੰ ਨਾਲ ਲੈ ਕੇ ਆਸਤਰੀ ਗੁਣਾਂ ਦੇ ਉੱਪਰ ਚੜ੍ਹਾਈ ਕੀਤੀ, ਦੰਭ ਨੂੰ ਦਲਣ ਵਾਸਤੇ, ਪਾਖੰਡ ਨੂੰ ਦਰੜਨ ਵਾਸਤੇ। ਉੱਥੇ ਕੋਈ ਡਾਂਗ ਸੁੱਟ ਦੀ ਲੜਾਈ ਨਹੀਂ ਕੀਤੀ, ਕੋਈ ਤੇਰ ਤਲਵਾਰ ਦੀ ਲੜਾਈ ਨਹੀਂ ਕੀਤੀ। ਇੱਥੇ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਵੀ ਸਿੱਧਾਂ ਨਾਲ ਚਰਚਾ ਸ਼ੁਰੂ ਹੋ ਗਈ, ਵਿਚਾਰਾਂ ਦਾ ਆਦਾਨ ਪ੍ਰਦਾਨ। ਫਿਰ ਹੋਇਆ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਵੀ ਬਾਬੇ ਦੀ ਤਲੀ ਸਿੱਧਾਂ ਵਾਲੀ ਮੰਡਲੀ, ਸ਼ਬਦਾਂ ਦੇ ਬਾਣ ਮਾਰ ਕੇ। ਬਾਬੇ ਦੀ ਤਲੀ ਸਿੱਧਾਂ ਵਾਲੀ, ਆ ਸ਼ਬਦਾਂ ਦੇ ਬਾਣ ਮਾਰ ਕੇ। ਬਾਬੇ ਦੀ ਤਲੀ ਸੁਲਾ ਵਾਲੀ, ਹਾਂ ਸੁਲਾ ਵਾਲੀ ਮੰਡਲੀ, ਸ਼ਬਦਾਂ ਦੇ ਬਾਣ ਮਾਰ ਕੇ। ਬਾਬੇ ਦੀ ਤਲੀ ਸੁਲਾ ਵਾਲੀ, ਹਾਂ ਸ਼ਬਦਾਂ ਦੇ ਬਾਣ ਮਾਰ ਕੇ। ਸ਼ਬਦਾਂ ਦੇ ਜੀ ਬਾਣ ਮਾਰਨਗੇ,
ਸ਼ਬਦਾਂ ਦੇ ਦੀ ਬਾਣ ਮਾਰਗੇ ਸਭ ਨਾਲ ਨੀ ਬਾਣ ਮਾਰਗੇ ਸਭ ਨਾਲ ਨੀ ਬਾਣ ਮਾਰਗੇ ਬਾਬੇ ਜੀ ਚਲੀ ਸਦਾ ਵਾਲੀ ਮੰਡਲੀ ਸ਼ਬਦਾਂ ਨੇ ਬਾਣ ਮਾਰ ਗਏ ਸ਼ਬਦਾਂ ਦੇ ਬਾਣ ਮਾਰ ਗਏ ਸ਼ਬਦਾਂ ਨੇ ਬਾਣ ਮਾਰ ਗਏ ਸਾਰ ਸੰਗਤ ਇਉਂ ਸਿੱਧ ਮੰਡਲੀ ਉੱਪਰ ਫਤਿਹ ਪ੍ਰਾਪਤ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਸੁਖੈਨ ਗੁਰਸਿੱਖੀ ਭਗਤੀ ਮਾਰਗ ਦ੍ਰਿੜ ਕਰਵਾ ਕੇ ਸਬਰ ਜਿੱਤੀ। ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ। ਵੀ ਇਹ ਸੁਖੈਨ ਮਾਰਗ ਹੈ। ਇਸ ਮਾਰਗ ਉੱਪਰ ਚੱਲਣ ਵਾਸਤੇ ਸਰੀਰ ਨੂੰ ਕਸ਼ਟ ਦੇਣ ਦੀ ਜ਼ਰੂਰਤ ਨਹੀਂ। ਐਵੇਂ ਨਹੀਂ ਨਾਦ ਜੈਸੇ ਬਾਰ ਬਾਰ ਕਲਯੁਗ ਨੂੰ ਧਨ ਕਹਿੰਦੇ ਰਹੇ। ਇਹ ਕਲਯੁਗ ਦੇ ਸਮੇਂ ਦੀ ਮਾਨੋ ਵਡਿਆਈ ਹੀ ਹੈ ਕਿ ਕਲਯੁਗ ਦੇ ਸਮੇਂ ਕਲਿਆਣ ਵਾਸਤੇ ਨਾ ਜਲ ਧਾਰੇ ਕਰਨ ਦੀ ਲੋੜ, ਨਾ ਧੂਣੀਆਂ ਤਾਪਣ ਦੀ, ਨਾ ਪ੍ਰਾਣਾਯਾਮ ਦੀ, ਨਾ ਕਿਸੇ ਹੋਰ ਕਸ਼ਟਦਾਇਕ ਸਾਧਨ ਦੀ। ਕੀ ਕਰਨਾ ਹੈ? ਕਲਯੁਗ ਨਾਨਕ ਨਾਮ ਸੁਖਾਲਾ। ਇਸ ਕਲਯੁਗ ਦੇ ਸਮੇਂ ਵਿੱਚ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਅਨਰੁੱਤ ਨਾਹੀ ਨਾਹੀ ਮਤ ਭਰਨ ਭੂਲੋ ਭੂਲੋ। ਆਓ ਸਾਰ ਸੰਗਤ ਇੱਥੋਂ ਅੱਗੇ ਪ੍ਰਕਰਨ ਆਪਾਂ ਹੁਣ ਕੱਲ੍ਹ ਸ਼ੁਰੂ ਕਰਾਂਗੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਹੁਣ ਪਹਿਲਾਂ ਸ੍ਰੀ ਅਨੰਦ ਸਾਹਿਬ ਦਾ ਗਾਇਨ ਕਰੋ, ਫਿਰ ਸਭਨਾਂ ਨੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਫਿਰ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਤੁਹਾਡੇ ਇਸ ਪੰਡਾਲ ਦੇ 4 ਦੀਵਾਨ ਅੱਜ ਦੇ ਦੂਸਰੇ ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਹੋਰ ਬਾਕੀ ਰਹਿ ਜਾਣੇ ਨੇ। ਆਉਣ ਵਾਲੇ ਦਿਨਾਂ ਵਿੱਚ ਵੀ ਆਪ ਨੇ ਰੋਜ਼ਾਨਾ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਲਾਭ ਉਠਾ ਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹਰ ਨਾਲ ਰਾਹ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਕਹ ਨਾਨਕ ਮਨ ਮੇਰੇ, ਸਦਾ ਰਹੁ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਹਾਤਾ ਨਾਮ ਮੇਰਾ ਆਧਾਰੂ, ਹਾਤ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਸਭ ਤੋਂ ਤਰੋ ਪਿਆਰੋ। ਅੰਤ ਦੂਤ ਤੁਰ ਵਸ ਕੀਤੇ, ਕਾਲ ਕੰਟਕ ਮਾਰਿਆ। ਅਣਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਹੰਤ ਸਾਧਨ ਭਏ ਸਰਸ, ਪੂਰੇ ਗੁਰ ਤੇ ਜਾਣੀ। ਲੋਕ ਪਾਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹਤ। ਕਰਮੀ ਆਪੋ ਆਪਣੀ, ਖੇ ਨੇੜਾ ਖੇ ਦੂਰ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਹਰ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਤਨਾਸਰੀ ਮਹੱਲਾ ਪੰਜਵਾਂ ਘਰ ਬਾਹਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ
ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਪ ਮਨ ਰਾਖੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਗ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ। ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ।